ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 91 ਤੇ 92 ਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕੈ ਘਰ ਗਾਵਣਾ। ਹਾਂਜੀ, ਇਹ ਇਸ ਤਰ੍ਹਾਂ ਰਾਗੀ ਸਿੰਘਾਂ ਲਈ ਹੁੰਦਾ ਕਿ ਮਤਲਬ ਉਹਨਾਂ ਨੇ ਕਿਸ ਤਰ੍ਹਾਂ ਵੀ ਇੱਕ ਸਵਾਨ ਦੇ ਕਹਿੰਦੀ ਉਸ ਧੁਨੀ ਦੇ ਅਨੁਸਾਰ ਇਸ ਸ਼ਬਦ ਨੂੰ ਗਾਉਣਾ ਹੈ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾਕ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ, ਧਰ ਪੇਖਤ ਹੀ ਜਮ ਰਾਓ ਹਸੈ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਕਿ ਵੀ ਹੇ ਪਰਮਾਤਮਾ, ਕਹਿੰਦੇ ਵੀ ਜਿਹੜਾ ਇਹ ਸੰਸਾਰ ਆ ਇਹਦੇ ਵਿੱਚ ਮਾਇਆ ਦਾ ਜਿਹੜਾ ਭਰਮ ਆ ਵੀ ਇਹ ਤੂੰ ਹੀ ਲਾਇਆ ਹੋਇਆ। ਕਹਿੰਦੇ ਮਾਇਆ ਦੇ ਭਰਮ ਦੇ ਵਿੱਚ ਜੀਵ ਮਤਲਬ ਇੰਨਾ ਗੁਆਚ ਜਾਂਦਾ ਕਿ ਉਹ ਤੈਨੂੰ ਯਾਦ ਹੀ ਨਹੀਂ ਕਰਦਾ। ਮਾਇਆ ਵਿੱਚ ਉਹ ਕਿਸ ਤਰ੍ਹਾਂ ਮੋਇਆ ਜਾਂਦਾ? ਇਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਵੀ ਜਿਹੜੀ ਮਾਂ ਹੈਗੀ ਆ ਉਹ ਆਪਣੇ ਪੁੱਤਰ ਨਾਲ ਲਾਡ ਕਰਦੀ ਆ, ਜ਼ਿਆਦਾ ਤੋਂ ਜ਼ਿਆਦਾ ਲਾਡ ਕਰਦੀ ਆ। ਜਿਵੇਂ ਵੱਡਾ ਹੋਈ ਜਾਂਦਾ, ਪਿਆਰ ਵਧੀ ਜਾਂਦਾ ਮਾਂ ਦਾ ਪੁੱਤਰ ਦੇ ਨਾਲ। ਉਹ ਮਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਵੇਂ ਜਿਵੇਂ ਪੁੱਤਰ ਦੀ ਉਮਰ ਵੱਡੀ ਹੁੰਦੀ ਆ ਕਿ ਅਸਲ 'ਚ ਉਹਦੀ ਉਮਰ ਉਹ ਘਟਦੀ ਜਾਂਦੀ ਆ, ਪਰ ਉਹ ਖੁਸ਼ ਹੁੰਦੀ ਆ ਕਿ ਮੇਰਾ ਪੁੱਤ ਵੱਡਾ ਹੋ ਰਿਹਾ। ਜਿਸ ਤਰ੍ਹਾਂ ਸਮਝ ਲਓ ਜੇ ਕਿਸੇ ਦੀ ਮੰਨੋ ਵੀ ਉਮਰ 70 ਸਾਲ ਹੋਣੀ ਆ, ਤਾਂ ਉਹ ਜੇ ਹੁਣ 20 ਸਾਲ ਦਾ ਹੋ ਗਿਆ ਤਾਂ ਬਾਕੀ ਤਾਂ ਫਿਰ 50 ਰਹਿ ਗਈ ਨਾ। ਫਿਰ ਉਹ ਉਮਰ ਵਧੀ ਘਟੀ ਨਾ, ਵਧੀ ਨਹੀਂ ਨਾ ਹੋਈ। ਉਹਨੂੰ ਤਾਂ ਲੱਗ ਰਿਹਾ ਮਾਂ ਨੂੰ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਉਹਦੀ ਉਮਰ ਘਟਦੀ ਜਾ ਰਹੀ ਆ। ਜਿੰਨੀ ਉਹਦੀ ਸਾਰੀ ਉਮਰ ਆ ਉਹਦੇ ਵਿੱਚੋਂ ਜਿੰਨਾ ਉਹ ਹੋ ਗਿਆ ਉਹ ਮਨਫੀ ਹੋਈ ਜਾ ਰਹੀ ਹੈ ਨਾ। ਜਿਸ ਤਰ੍ਹਾਂ ਆਮ ਹੀ ਸੰਸਾਰ ਦੇ ਵਿੱਚ ਆਪਾਂ ਆਮ ਦੇਖਦੇ ਹਾਂ ਆਪਣੇ ਆਲੇ ਦੁਆਲੇ, ਜਿਸ ਤਰ੍ਹਾਂ ਬਿਹਾਰ ਹੈਗਾ, ਦੁਨੀਆ ਬਰਥਡੇ ਮਨਾਉਂਦੀ ਆ ਅਤੇ ਖੁਸ਼ ਹੁੰਦੇ ਨੇ, ਹੈ ਨਾ। ਦੂਸਰੀ ਤਰ੍ਹਾਂ ਨਹੀਂ ਸੋਚਦੇ ਕਿ ਜਿਹੜੀ ਉਮਰ ਸੀ, ਜਿਹੜੇ ਸਵਾਸ ਸੀ ਉਹ ਘਟਦੇ ਜਾ ਰਹੇ ਨੇ, ਨਾ ਕਿ ਉਹ ਵੱਧਦੇ ਜਾ ਰਹੇ ਨੇ। ਫਿਰ ਕਹਿੰਦੇ ਵੀ ਪਰਮਾਤਮਾ ਜਿਹੜਾ ਇਹ ਮਾਇਆ ਦਾ ਭਰਮ ਤੂੰ ਸੰਸਾਰ 'ਚ ਲਾਇਆ, ਇਹ ਵੀ ਤੂੰ ਹੀ ਲਾਇਆ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਿਹਚੋ ਮਰਨਾ। ਫਿਰ ਕਬੀਰ ਜੀ ਜੀਵ ਨੂੰ ਕਹਿੰਦੇ ਨੇ ਕਿ ਵੀ ਹੇ ਜੀਵ, ਜੋ ਤੂੰ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ, ਮਾਇਆ ਵਾਲੇ ਪਦਾਰਥਾਂ ਦੇ ਵਿੱਚ ਹੀ ਤੂੰ ਗਲਤਾਨ ਆ, ਇਹ ਤੂੰ ਛੱਡ ਦੇ। ਕਿਉਂਕਿ ਇਹ ਮਾਇਆ ਦੀ ਜਿਹੜੀ ਸੰਗਤ ਆ ਇਹਦੇ ਵਿੱਚ ਰਿਹਾ ਆਤਮਿਕ ਮੌਤ ਜ਼ਰੂਰ ਆਉਂਦੀ ਆ। ਇਨਸਾਨ ਦਾ ਜਿਹੜਾ ਆਤਮਿਕ ਜੀਵਨ ਆ ਉਹ ਕਮਜ਼ੋਰ ਹੋ ਜਾਂਦਾ। ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਨਾ। ਹਾਂਜੀ, ਜੀਵ ਨੂੰ ਕਹਿੰਦੇ ਨੇ ਕਿ ਹੇ ਜੀਵ, ਤੂੰ ਉਸ ਪਰਮਾਤਮਾ ਦੀ ਭਗਤੀ ਕਰ, ਉਹਦੇ ਨਾਲ ਤੇਰਾ ਜੀਵਨ ਉਹਦੀ ਬਾਣੀ ਦੇ ਨਾਲ ਅਟੱਲ ਬਣ ਜਾਊਗਾ ਅਤੇ ਇਸ ਤਰ੍ਹਾਂ ਫਿਰ ਤੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਵੇਂਗਾ ਪਰਮਾਤਮਾ ਦਾ ਨਾਮ ਸਿਮਰਨ ਕਰਕੇ। ਜਾਂ ਤਿਸ ਭਾਵੈ ਤਾਂ ਲਾਗੈ ਪਾਓ। ਕਹਿੰਦੇ ਵੀ ਜੇ ਕਿਸੇ ਜੀਵ ਨੂੰ, ਕੋਈ ਜੀਵ ਪਰਮਾਤਮਾ ਨੂੰ ਭਾ ਜਾਂਦਾ, ਚੰਗਾ ਲੱਗਦਾ, ਫਿਰ ਉਸ ਜੀਵ ਨੂੰ ਹੀ ਪਰਮਾਤਮਾ ਦਾ ਪ੍ਰੇਮ ਲੱਗਦਾ। ਪਰਮਾਤਮਾ ਦਾ ਪ੍ਰੇਮ ਉਸ ਜੀਵ ਨੂੰ ਹੀ ਪੈਦਾ ਹੁੰਦਾ ਜਿਹੜਾ ਜੀਵ ਪਰਮਾਤਮਾ ਨੂੰ ਚੰਗਾ ਲੱਗ ਜਾਂਦਾ। ਭਰਮ ਭੁਲਾਵਾ ਵਿੱਚੋਂ ਜਾਏ,
ਫਿਰ ਜਦੋਂ ਜੀਵ ਦਾ ਪ੍ਰੇਮ ਪਰਮਾਤਮਾ ਦੇ ਨਾਲ ਲੱਗ ਜਾਂਦਾ ਨਾ, ਫਿਰ ਮਾਇਆ ਦਾ ਭਰਮ ਜੀਵ ਦੇ ਅੰਦਰੋਂ ਨਿਕਲ ਜਾਂਦਾ। ਉਪਜੈ ਸਹਿਜ ਗਿਆਨ ਮਤ ਜਾਗੈ। ਫਿਰ ਸਿਮਰਨ ਦੀ ਬਰਕਤ ਨਾਲ ਉਸ ਜੀਵ ਦੇ ਅੰਦਰ ਅਡੋਲਤਾ ਆ ਜਾਂਦੀ ਆ ਤੇ ਉਹਦੀ ਜਿਹੜੀ ਚੰਗੀ ਬੁੱਧੀ ਆ ਉਹ ਜਾਗ ਜਾਂਦੀ ਆ। ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਫਿਰ ਅੰਤਰ ਆਤਮੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਆ। ਗੁਰੂ ਦੀ ਕਿਰਪਾ ਨਾਲ ਜੀਵ ਦੀ ਲਿਵ ਅੰਤਰ ਆਤਮੇ ਪਰਮਾਤਮਾ ਨਾਲ ਲੱਗ ਜਾਂਦੀ ਆ। ਇਤ ਸੰਗਤ ਨਾਹੀ ਮਰਨਾ। ਫਿਰ ਜਦੋਂ ਜੀਵ ਦੀ ਲਿਵ ਪਰਮਾਤਮਾ ਨਾਲ ਲੱਗਦੀ ਹੈ, ਇਹਦੇ ਨਾਲ ਫਿਰ ਜੀਵ ਨੂੰ ਆਤਮਿਕ ਮੌਤ ਨਹੀਂ ਆਉਂਦੀ। ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਓ ਦੂਜਾ। ਕਹਿੰਦੇ ਜੋ ਜੀਵ ਪਰਮਾਤਮਾ ਦੇ ਹੁਕਮ ਨੂੰ ਪਛਾਣ ਲੈਂਦਾ, ਫਿਰ ਕਹਿੰਦੇ ਉਸ ਦਾ ਮਿਲਾਪ ਉਸ ਪਰਮਾਤਮਾ ਦੇ ਨਾਲ ਹੋ ਜਾਂਦਾ। ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਜਰਾ ਮਰਨ ਭਉ ਵਿਸਰ ਗਿਆ। ਕਹਿੰਦੇ ਜਿਹੜੇ ਜੀਵ ਮਾਇਆ ਦੇ ਪ੍ਰੇਮ ਵਿੱਚ ਲੱਗੇ ਹੁੰਦੇ ਨੇ, ਕਹਿੰਦੇ ਉਹਨਾਂ ਨੂੰ ਅੱਗੇ ਵੀ ਬੁਢਾਪਾ ਹੋਣਾ, ਮੌਤ ਆਉਣੀ ਆ, ਇਹਦਾ ਤਾਂ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਡਰ ਹੀ ਨਹੀਂ ਹੁੰਦਾ। ਉਹ ਬਸ ਮਾਇਆ ਦੇ ਪਦਾਰਥਾਂ ਦੇ ਵਿੱਚ, ਭੋਗਾਂ ਦੇ ਵਿੱਚ ਆਪਣਾ ਜੀਵਨ ਮਤਲਬ ਗਲਤਾਨ ਰੱਖਦੇ ਨੇ। ਕੁਟੰਬ ਦੇਖ ਬਿਗਸੈ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ। ਕਹਿੰਦੇ ਜਿਹੜੇ ਜੀਵ ਮਨਮੁਖ ਹੁੰਦੇ ਨੇ, ਮਾਇਆ ਦੇ ਮੋਹ ਵਿੱਚ ਲੱਗੇ ਹੁੰਦੇ ਨੇ, ਕਹਿੰਦੇ ਆਪਣੇ ਪਰਿਵਾਰ ਨੂੰ, ਮਾਇਆ ਦੇ ਚੀਜ਼ਾਂ ਨੂੰ ਦੇਖ ਕੇ ਉਹ ਇੱਦਾਂ ਖੁਸ਼ ਹੁੰਦੇ ਨੇ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ। ਕਹਿੰਦੇ ਉਹ ਪਰਾਏ ਘਰ ਨੂੰ ਵੀ ਤੱਕਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਕਪਟ ਹੁੰਦੀ ਆ। ਦੂੜਾ ਆਇਓ ਜਮੈ ਤਣਾ। ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਹੁੰਦਾ ਕਿ ਜਿਹੜੇ ਜਮਦੂਤ ਦੇ ਪੁੱਤ ਨੇ ਉਹ ਭੱਜੇ ਆ ਰਹੇ ਨੇ ਜੀਵ ਵੱਲ, ਮਤਲਬ ਮੌਤ ਦੀ ਗੱਲ ਕਰ ਰਹੇ ਨੇ। ਤਿੰਨ ਆਗਲ ਰਹਿ ਮੈਂ ਰਹਿਣ ਨਾ ਜਾਏ। ਕਹਿੰਦੇ ਫਿਰ ਜਦੋਂ ਜੰਮ ਆਉਂਦੇ ਨੇ, ਕਹਿੰਦੇ ਉਹਨਾਂ ਦੇ ਅੱਗੇ ਅਸੀਂ ਇੱਕ ਪਲ ਲਈ ਵੀ ਠਹਿਰ ਨਹੀਂ ਸਕਦੇ, ਉਹਨਾਂ ਦਾ ਹੁਕਮ ਸਾਨੂੰ ਮੰਨ ਕੇ ਚੱਲਣਾ ਪੈਂਦਾ। ਕੋਈ ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠੁਲਾ ਲੈ ਬਾਹੜੀ ਵਲਾਏ। ਮਿਲ ਮੇਰੇ ਰਮਈਆ ਮੈਂ ਲਹੇ ਛੜਾਏ ਰਹਾਓ। ਕਹਿੰਦੇ ਕੋਈ ਕੋਈ ਸੰਤ ਜਾਨਾ ਜਿਹੜੇ ਕਹਿੰਦੇ ਨੇ, ਹੇ ਪਰਮਾਤਮਾ ਆ ਕੇ ਮੈਨੂੰ ਮਿਲ, ਮੈਨੂੰ ਆਪਣੀ ਗਲਵੱਕੜੀ ਵਿੱਚ ਲੈ। ਹੇ ਮੇਰੇ ਪਰਮਾਤਮਾ ਮੈਨੂੰ ਮਾਇਆ ਦੇ ਵਿਕਾਰਾਂ ਤੋਂ ਛਡਾ ਲੈ। ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ। ਕਹਿੰਦੇ ਜਿਹੜੇ ਜੀਵ ਨੇ ਉਹ ਕਹਿੰਦੇ ਰਾਜ ਭਾਗ ਭੋਗਦੇ ਨੇ, ਕਹਿੰਦੇ ਉਹਨਾਂ ਪਦਾਰਥਾਂ ਦੇ ਵਿੱਚ ਗਲਤਾਨ ਨੇ ਤੇ ਪਰਮਾਤਮਾ ਨੂੰ ਭੁਲਾ ਦਿੰਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਪੱਕਾ ਹੀ ਰਹਿਣ ਲਈ ਆਏ ਹੁੰਦੇ ਹਾਂ ਤੇ ਅਸੀਂ ਅਮਰ ਆ, ਅਸੀਂ ਕਿਤੇ ਨਹੀਂ ਜਾਣਾ। ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ। ਇਸ ਤਰ੍ਹਾਂ ਕਹਿੰਦੇ ਮਾਇਆ ਦਾ ਠੱਗਿਆ ਉਹ ਜੀਵ ਆਪਣੀ ਸਾਰੀ ਜਿਹੜੀ ਹੈਗਾ ਇਹ ਜੀਵਨ, ਮਨੁੱਖਾ ਜੀਵਨ, ਕਹਿੰਦੇ ਇਹਨੂੰ ਵਿਅਰਥ ਆਲਸ ਦੇ ਵਿੱਚ ਗਵਾ ਜਾਂਦਾ। ਮਾਇਆ ਦੇ ਵਿੱਚ ਹੀ ਉਹ ਠੱਗਿਆ ਰਹਿੰਦਾ, ਪਰਮਾਤਮਾ ਦਾ ਨਾਂ ਲੈਣ ਤੋਂ ਆਲਸ ਕਰਦਾ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸ ਤਹਿਨਾ ਪਰਵੇਸ। ਹਾਂਜੀ, ਫਿਰ ਕਹਿੰਦੇ ਨੇ ਵੀ ਜਦੋਂ ਜੀਵ ਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ, ਜੋ ਅਗਲਾ ਰਸਤਾ ਉਹ ਬੜਾ ਬਿਖੜਾ, ਬੜਾ ਉੱਥੇ ਅੰਧਕਾਰ ਆ। ਉੱਥੇ ਨਾ ਕੋਈ ਸੂਰਜ ਆ, ਨਾ ਕੋਈ ਚੰਦਰਮਾ ਰੌਸ਼ਨੀ ਦੇਣ ਲਈ
ਰਸਤੇ ਦੇ ਵਿੱਚ ਉਸ ਜੀਵ ਦੀ ਗੱਲ ਕਰ ਰਹੇ ਨੇ ਜਿਸ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਜੋ ਮਾਇਆ ਦੇ ਵਿੱਚ ਗਲਤਾਨ ਆ। ਉਹਦਾ ਜਿਹੜਾ ਅਗਲਾ ਜਿਹੜਾ ਰਸਤਾ ਉਹ ਬੜਾ ਬਿਖੜਾ ਹੈਗਾ, ਹਨੇਰੇ ਵਾਲਾ ਹੈ। ਮਾਇਆ ਮੋਹ ਤਬ ਵਿਸਰ ਗਿਆ, ਜਾਂ ਤਜਿ ਲਿਏ ਸੰਸਾਰ। ਕਹਿੰਦੇ ਜਦੋਂ ਜੀਵ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਸਾਰਾ ਜਿਹੜਾ ਮਾਇਆ ਦਾ ਮੋਹ ਖਤਮ ਹੋ ਜਾਂਦਾ। ਫਿਰ ਕਿਉਂ ਨਹੀਂ ਕਹਿੰਦੇ ਵੀ ਜੀਂਦੇ ਜੀ ਮਾਇਆ ਦਾ ਮੋਹ ਖਤਮ ਕਰਕੇ ਉਸ ਪਰਮਾਤਮਾ ਦਾ ਸਿਰਜਣਹਾਰ ਦਾ ਨਾਮ ਜਪਦਾ? ਕਿਉਂਕਿ ਇਸ ਮੋਹ ਨੇ ਜਦੋਂ ਨਿਕਲੇ ਜੀਵ ਦੇ ਪ੍ਰਾਣ ਨਾਲ ਹੀ ਖਤਮ ਹੋ ਜਾਣਾ, ਤੇ ਫਿਰ ਸਾਹਮਣੇ ਜਿਹੜੀ ਆਉਣਾ ਵਿਖੜਾ ਰਸਤਾ ਉਹਦੇ ਤੇ ਚੱਲਣ ਦੀ ਬਜਾਏ ਹੁਣੇ ਹੀ ਕਿਉਂ ਨਹੀਂ ਮਾਇਆ ਦਾ ਮੋਹ ਛੱਡਦਾ ਤੇ ਪਰਮਾਤਮਾ ਦਾ ਨਾਮ ਸਿਮਰਦਾ। ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖ ਲਿਏ ਧਰਮ ਰਾਓ। ਕਹਿੰਦੇ ਅੱਜ ਮੇਰੇ ਮਨ ਦੇ ਵਿੱਚ ਅਸਲੀਅਤ ਕਹਿੰਦੇ ਸਾਹਮਣੇ ਆ ਗਈ ਆ ਤੇ ਮੈਂ ਧਰਮਰਾਜ ਨੂੰ ਦੇਖ ਲਿਆ ਹੈ। ਕਹਿੰਦੇ ਤਹਿ ਕਰ ਦਲ ਕਰਨ ਮਹਾਬਲੀ, ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ। ਕਹਿੰਦੇ ਜਿਹੜੇ ਧਰਮ ਰਾਏ ਆ, ਵੱਡੇ ਵੱਡੇ ਸੂਰਮੇ, ਕਹਿੰਦੇ ਉਹਨਾਂ ਨੂੰ ਉਹ ਲਤਾੜ ਦਿੰਦਾ। ਕਹਿੰਦੇ ਮੈਂ ਤੇ ਉਹਦੇ ਸਾਹਮਣੇ ਕੀ ਚੀਜ਼ ਆ। ਕਹਿੰਦੇ ਮੇਤੋਂ ਤਾਂ ਉਹਦੇ ਸਾਹਮਣੇ ਟਿਕਿਆ ਨਹੀਂ ਜਾਣਾ, ਉਹ ਤਾਂ ਵੱਡੇ ਵੱਡੇ ਸੂਰਮਿਆਂ ਨੂੰ ਦਲ ਦਿੰਦੇ ਨੇ। ਤੇ ਜੀਵ ਵੱਲੋਂ ਕਹਿ ਰਹੇ ਨੇ ਕਿ ਕਿਸੇ ਜੀਵ ਦੀ ਗੱਲ ਕਰ ਰਹੇ ਨੇ ਕਿ ਉਸ ਜੀਵ ਦਾ ਕਿਵੇਂ ਟਿਕਾਣਾ ਹੋਊਗਾ ਧਰਮ ਰਾਏ ਦੇ ਅੱਗੇ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਕਹਿੰਦੇ ਕੋਈ ਜੀਵ ਜਿਸ ਤਰ੍ਹਾਂ ਉਸ ਤਰ੍ਹਾਂ ਤਾਂ ਪਰਮਾਤਮਾ ਨੂੰ ਭੁਲਾਈ ਰੱਖਦੇ ਨੇ, ਪਰ ਕਹਿੰਦੇ ਵੀ ਉਹ ਜੀਵ ਕਹਿੰਦਾ ਵੀ ਜੇ ਕੋਈ ਮੈਨੂੰ ਉਪਦੇਸ਼ ਕਰ ਦਿੰਦਾ ਪਰਮਾਤਮਾ ਦਾ, ਫਿਰ ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਹਰ ਇੱਕ ਵਣ ਤ੍ਰਿਣ ਦੇ ਵਿੱਚ ਵਿਆਪਕ ਹੈ। ਉਸ ਤਰ੍ਹਾਂ ਵੀ ਜੀਵ ਪਰਮਾਤਮਾ ਨੂੰ ਭੁਲਾਈ ਰੱਖਦਾ, ਪਰ ਜੇ ਉਹਨੂੰ ਕੋਈ ਦੱਸਦਾ ਫਿਰ ਉਹਨੂੰ ਲੱਗਦਾ ਕਿ ਹਾਂ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਹਾਂਜੀ, ਤ੍ਰਿਲੋਚਨ ਭਗਤ ਜੀ ਕਹਿ ਰਹੇ ਨੇ ਕਿ ਹੇ ਪਰਮਾਤਮਾ ਤੂੰ ਸਭ ਕੁਛ ਜਾਣਦਾ ਹੈ, ਸਭ ਕੁਛ ਜਾਣੀ ਜਾਣ ਹੈ। ਤੇ ਤ੍ਰਿਲੋਚਨ ਭਗਤ ਇਹ ਬੇਨਤੀ ਕਰਦੇ ਨੇ ਕਿ ਵੀ ਹੇ ਪਰਮਾਤਮਾ ਤੂੰ ਸਭ ਕੁਛ ਆਪੇ ਹੀ ਜਾਣਦਾ, ਤੇਰਾ ਕੀਤਾ ਕਰਾਇਆ ਹੀ ਸਾਰਾ ਕੁਛ ਹੋ ਰਿਹਾ। ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿ ਨਾ ਜਾਈ। ਸੁਰ ਨਰ ਗਣ ਗੰਧਰਪ ਜਿਨ ਮੋਹੇ, ਤਿਰ ਭਵਨ ਮੇ ਖੁਲੀ ਲਾਈ। ਹਾਂਜੀ, ਭਗਤ ਕਬੀਰ ਜੀ ਕਹਿੰਦੇ ਨੇ ਹੇ ਪੰਡਿਤ, ਕਹਿੰਦੇ ਇੱਕ ਪਰਮਾਤਮਾ ਦਾ ਅਚਰਜ ਸੁਣ ਜੋ ਮੇਰੇ ਨਾਲ ਵਾਪਰਿਆ, ਪਰ ਜਦੋਂ ਜੋ ਮੇਰੇ ਨਾਲ ਵਾਪਰਿਆ ਕਹਿੰਦੇ ਉਹ ਕਿਹਾ ਨਹੀਂ ਜਾ ਸਕਦਾ। ਉਹ ਪਰਮਾਤਮਾ ਕਹਿੰਦੇ ਜਿਹਨੇ ਸਾਰੇ ਦੇਵਤੇ, ਸਾਰੇ ਗਣ ਗੰਧਰਪ ਜਿਹੜੇ ਹੈਗੇ ਨੇ ਸਵਰਗੀ ਜਿਨ੍ਹਾਂ ਨੂੰ ਦੇਵਤੇ ਕਿਹਾ ਜਾਂਦਾ, ਹੋਰ ਜਿਹੜੇ ਜੀਵ ਨੇ ਕਹਿੰਦੇ ਸਾਰਿਆਂ ਨੂੰ ਮਾਇਆ ਦਾ ਮੋਹ ਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਉਹਨੇ ਪਰਮਾਤਮਾ ਨੇ ਸਭ ਨੂੰ ਜਿੱਦਾਂ ਉਹਦੇ ਵਿੱਚ ਜਿੱਦਾਂ ਪਾਇਆ ਹੈ, ਮਾਇਆ ਦੇ ਮੋਹ ਵਿੱਚ ਪਰਮਾਤਮਾ ਨੇ ਸਾਰਿਆਂ ਨੂੰ ਕਹਿੰਦੇ ਪਾਇਆ ਹੈ। ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾ ਕੀ ਦ੍ਰਿਸ਼ਟ ਨਾਦ ਲਿਵ ਲਾਗੈ ਰਹਾਓ। ਫਿਰ ਆਪਣੇ ਵੱਲੋਂ ਦੱਸ ਰਹੇ ਨੇ ਕਿ ਮਤਲਬ ਜਿਸ ਤਰ੍ਹਾਂ ਕਬੀਰ ਜੀ ਕਹਿ ਰਹੇ ਨੇ ਕਿ ਵੀ ਅੰਦਰ ਮੇਰੇ ਵੀ ਪਰਮਾਤਮਾ ਦੀ ਜਿਹੜੀ ਹੈਗੀ ਆ ਕਹਿੰਦੇ ਵੀ ਅਨਹਦ ਨਾਦ, ਵੀ ਇੱਕ ਰਸ ਜੋ ਪਰਮਾਤਮਾ ਦਾ ਹੈਗਾ ਨਾਮ ਰਸ ਮੇਰੇ ਅੰਦਰ ਕਹਿੰਦੇ ਉਹ ਵੱਜ ਰਿਹਾ ਹੈਗੀ ਧੁਨੀ ਪਰਮਾਤਮਾ ਦੇ ਨਾਦ ਦੀ। ਕਹਿੰਦੇ ਵੀ ਇਹ ਜਿਹੜੀ ਹੈਗੀ ਆ ਕਿਸੇ ਦੀ ਸੁਰਤ ਪਰਮਾਤਮਾ ਦੇ ਨਾਲ ਲਿਵ ਲੱਗ ਜਾਣੀ, ਇਹ ਕਹਿੰਦੇ ਉਹ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ 'ਤੇ ਨਿਰਭਰ ਆ। ਕਹਿੰਦੇ ਜੋ ਮੇਰੇ ਅੰਦਰ ਜੋ ਹੋ ਰਿਹਾ ਕਹਿੰਦੇ ਅਚਰਜ ਜੋ ਮੈਂ ਦੱਸ ਨਹੀਂ ਸਕਦਾ, ਵੀ ਪਰਮਾਤਮਾ ਦਾ ਨਾਦ ਵੱਜ ਰਿਹਾ ਤੇ ਇਹਦੇ 'ਚ ਜਿਹੜੀ ਮੇਰੀ ਸੁਰਤ ਲੱਗੀ ਆ ਇਹ ਸਭ ਪਰਮਾਤਮਾ ਦੀ
ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਨਾਲ ਹੀ ਹੋਇਆ ਹੈ। ਇਹਦੇ ਨਾਲ ਹੀ ਕਿਸੇ ਦੀ ਸੁਰਤ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਨਾਲ ਲੱਗਦੀ ਹੈ। ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਨਕ ਕਲਸ ਇੱਕ ਪਾਇਆ। ਫਿਰ ਜਿਸ ਤਰ੍ਹਾਂ ਆਮ ਸੰਸਾਰਿਕ ਜਿੱਦਾਂ ਮਤਲਬ ਸ਼ਰਾਬ ਕੱਢਣ ਦੀ ਦੁਨੀਆ ਕੱਢਦੀ ਹੈ, ਉਹਦੇ ਹਿਸਾਬ ਨਾਲ ਉਦਾਹਰਨ ਦੇ ਕੇ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਕਹਿੰਦੇ ਜਿਹੜਾ ਮੇਰਾ 10ਵਾਂ ਦੁਆਰ ਆ, ਉਹ ਕਹਿੰਦੇ ਜਿਵੇਂ ਹੁਣ ਇੱਕ ਭੱਠੀ ਬਣ ਗਿਆ, ਉਹਦੇ ਵਿੱਚ ਕਹਿੰਦੇ ਜਿਹੜੇ ਹੈਗੇ ਨੇ ਵਿਕਾਰ, ਉਹਨਾਂ ਨੂੰ ਮਤਲਬ ਉਹਨਾਂ ਦਾ ਸੰਜਮ ਹੋ ਰਿਹਾ, ਅਤੇ ਉਹਨਾਂ ਨੂੰ ਵਿਕਾਰਾਂ ਨੂੰ ਸੰਜਮ ਕਰਨ ਵਾਲੀ ਇੱਕ ਨਾਲ ਆ। ਦੂਜੇ ਪਾਸੇ ਕਹਿੰਦੇ ਜਿੱਦਾਂ ਜਿੱਥੇ ਨਾਮ ਰਸ ਚੋਰਿਆ, ਉਹ ਇੱਕ ਹੋਰ ਨਾਲ ਆ ਕਹਿੰਦੇ। ਅਤੇ ਕਹਿੰਦੇ ਇੱਥੇ ਹੀ ਕਹਿੰਦੇ ਹੁਣ ਇੱਕ ਸੋਨੇ ਦਾ ਮੱਟ ਬਣ ਗਿਆ ਕਿ ਮੇਰਾ ਜਿਹੜਾ ਹਿਰਦਾ ਉਹ ਸ਼ੁੱਧ ਹੋ ਗਿਆ ਅਤੇ ਹੁਣ ਮੈਂ ਪਰਮਾਤਮਾ ਨੂੰ ਪਾ ਲਿਆ ਕਹਿੰਦੇ। ਮਤਲਬ 10ਵੇਂ ਦੁਆਰ ਦੇ ਵਿੱਚ ਦੱਸ ਰਹੇ ਨੇ ਕਿ ਵੀ ਮਤਲਬ ਮੈਂ ਹੁਣ ਆਪਣੇ 10ਵੇਂ ਦੁਆਰ 'ਚ ਪਹੁੰਚ ਗਿਆ, ਉੱਥੇ ਮੈਨੂੰ ਨਾਮ ਰਸ ਦਾ ਆਨੰਦ ਆ ਰਿਹਾ। ਤਿਸ ਮੈਂ ਧਾਰ ਚੂਐ ਅਤ ਨਿਰਮਲ, ਰਸ ਮੈਂ ਰਸਨ ਚੁਆਇਆ। ਕਹਿੰਦੇ ਉੱਥੇ ਮੇਰੇ ਹਿਰਦੇ ਦੇ ਵਿੱਚ ਇੱਕ ਨਾਮ ਰਸ ਦੀ ਕਹਿੰਦੇ ਇੱਕ ਧਾਰਾ, ਕਹਿੰਦੇ ਨਿਰਮਲ ਧਾਰਾ ਕਹਿੰਦੇ ਚੋ ਚੋ ਕੇ ਮਤਲਬ ਪੈ ਰਹੀ ਆ। ਕਹਿੰਦੇ ਉਹਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਸ੍ਰੇਸ਼ਟ ਨਾਮ ਰਸ ਆ ਉਹ ਖਿੱਚਿਆ ਜਾ ਰਿਹਾ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਹਿੰਦੇ ਇੱਕ ਹੋਰ ਅਸਚਰਜ ਗੱਲ ਹੋਈ ਆ, ਕਹਿੰਦੇ ਜਿਵੇਂ ਇੱਕ ਪਵਨ ਦਾ ਪਿਆਲਾ ਬਣ ਗਿਆ। ਪਵਨ ਪਿਆਲਾ ਇਸ ਕਰਕੇ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਕਹਿੰਦੇ ਮੈਂ ਸਵਾਸ ਸਵਾਸ ਜਪਿਆ ਸੀ, ਹੁਣ ਕਹਿੰਦੇ ਸਵਾਸ ਸਵਾਸ ਹੀ ਮੈਨੂੰ ਉਹਦਾ ਨਾਮ ਰਸ ਮਿਲ ਰਿਹਾ, ਵੀ ਉਹ ਨਾਮ ਰਸ ਦਾ ਮੈਨੂੰ ਪਿਆਲਾ ਮਿਲ ਗਿਆ ਹੁਣ ਸਵਾਸ ਸਵਾਸ ਜਪਣ ਨਾਲ। ਤੀਨ ਭਵਨ ਮਹਿ ਏਕ ਜੋਗੀ, ਕਹੋ ਕਵਨ ਹੈ ਰਾਜਾ। ਕਹਿੰਦੇ ਜਿਹੜੇ ਇਹ ਤਿੰਨੇ ਭਵਨ ਨੇ, ਉਹਨਾਂ ਦੇ ਵਿੱਚ ਇੱਕ ਹੀ ਜੋਗੀ ਆ। ਕਹਿੰਦੇ ਕਹੋ ਵੀ ਮਤਲਬ ਵੀ ਉਹ ਹੁਣ ਇਹਨਾਂ ਤਿੰਨਾਂ ਭਵਨਾਂ ਦਾ ਕੌਣ ਰਾਜਾ, ਉਹ ਪਰਮਾਤਮਾ ਹੀ ਜੋਗੀ, ਪਰਮਾਤਮਾ ਹੀ ਰਾਜਾ ਕਹਿੰਦੇ ਇਹਨਾਂ ਤਿੰਨਾਂ ਭਵਨਾਂ ਦਾ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਇਹ ਜਿਸ ਤਰ੍ਹਾਂ ਹੁਣ ਉੱਪਰ ਦੱਸ ਕੇ ਹਟੇ ਨੇ ਨਾ ਕਿ ਵੀ ਹੁਣ ਕਬੀਰ ਜੀ ਦੇ ਹਿਰਦਾ ਸ਼ੁੱਧ ਹੋ ਗਿਆ, ਉੱਥੇ ਨਾਮ ਰਸ ਦੀ ਧਾਰਾ ਵਹਿ ਰਹੀ ਆ ਅਤੇ ਸਵਾਸ ਸਵਾਸ ਨਾਮ ਅੰਮ੍ਰਿਤ ਪੀ ਰਹੇ ਨੇ। ਕਹਿੰਦੇ ਵੀ ਹੁਣ ਪਰਮਾਤਮਾ ਬਾਰੇ ਵੀ ਇਸ ਤਰ੍ਹਾਂ ਦਾ ਗਿਆਨ ਕਬੀਰ ਜੀ ਨੂੰ ਹੋ ਗਿਆ ਅਤੇ ਕਬੀਰ ਜੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਨੇ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਫਿਰ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਹੋਰ ਦੁਨੀਆ ਉਹ ਤਾਂ ਕਹਿੰਦੇ ਵੀ ਭਰਮ ਭੁਲੇਖੇ ਵਿੱਚ ਪਈ ਆ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੀ ਅਸਲੀਅਤ ਦਾ ਪਤਾ ਨਹੀਂ ਲੱਗਿਆ। ਪਰ ਕਹਿੰਦੇ ਮੇਰਾ ਮਨ ਪਰਮਾਤਮਾ ਦੇ ਰਾਮ ਰਸਾਇਣ ਦੇ ਵਿੱਚ ਕਹਿੰਦੇ ਖੁੱਭ ਗਿਆ, ਮੈਨੂੰ ਪਰਮਾਤਮਾ ਦਾ ਨਾਮ ਰਸ ਮਿਲ ਗਿਆ, ਪਰਮਾਤਮਾ ਨੂੰ ਮੈਂ ਅੰਤਰ ਆਤਮੇ ਦੇਖ ਲਿਆ, ਅਨੁਭਵ ਕਰ ਲਿਆ, ਪਰਮਾਤਮਾ ਦੀ ਮੇਰੀ ਹਿਰਦੇ ਵਿੱਚ ਪ੍ਰੀਤ ਆ ਗਈ ਆ ਅਤੇ ਨਾਮ ਰਸ ਮੇਰੇ ਅੰਦਰ ਚੋ ਰਿਹਾ ਅਤੇ ਮੈਂ ਉਸ ਨਾਮ ਰਸ ਦਾ ਆਨੰਦ ਲੈ ਰਿਹਾ ਕਹਿੰਦੇ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਮੇਰੀਆਂ ਮਾफ़ ਕਰਨੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਮਾफ़ ਕਰਿਓ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਵਾਹਿਗੁਰੂ।